बिस्मिल्लाहिर्रहमानिर्रहीम। मैं हूं मोहम्मद अफजल नासिर भट्टी और आप देख रहे हैं मेरी जंग डिजिटल। नाज़रीन, एक बड़ा दिलखराश और अफसोसनाक वाक़या पेश आया है पुलिस थाना बीडविन के इलाके में कि जिसमें जो एफआईआर दर्ज की गई है कि वालिदैन ने अपनी बेटी को जहर देकर सिर्फ इसलिए हलाक कर दिया कि वो उसको मजबूर कर रहे थे कि वो अपने खामद से खुला ले। उसके जो खामद हैं वो हमारे साथ मौजूद हैं, जिनका ताल्लुक़ मुल्तान से है। हम उनसे सारी बात पूछते हैं कि ये क्या वाक़या पेश आया, उन्होंने कैसे उनको शक पड़ा, कैसे उन्होंने कब्र कशाई करवाई और कैसे वो इस मकसद में कामयाब हुए। उन्होंने अपनी बीवी के मुलजमान को कैसे ट्रेस करवाया और कैसे उनके ख़िलाफ़ मुकदमा दर्ज करवाया। हम उनसे पूछते हैं, वो हमारे साथ मौजूद हैं। हाँ जी, क्या ठीक ठाक है आप? जी जी अल्हम्दुलिल्लाह, शुक्र जी, आपका अल्हम्दुलिल्लाह। नाम क्या है? मेरा नाम आसिफ मुर्तज़ा। आसिफ मुर्तज़ा। जी सर। आप कहाँ रहते हैं? मैं सर रहना सर मुल्तान सदर बस्ती जलालाबाद शुमाली। अच्छा, मुल्तान रहते हैं आप? जी बिल्कुल सर। अच्छा, ये बताएं कि आपकी शादी कब हुई थी? सर मेरी शादी हुई सर 2021 ਦੇ 12 तरीक दूसरे महीने 2021 ਦੇ 12 ਦੇ दूसरे महीने ਦੂਸਰੇ 12 ਮਹੀਨੇ फरवरी। 'ਚ। ਅੱਛਾ, जी ਤੇ ਤੁਸੀਂ ਕਰਦੇ ਕੀ ਜੇ? ਸਰ ਮੈਂ ਕਰਦਾ ਸੀ ਕੰਟੀਨੈਂਟ ਤੇ ਪੰਜਾਬ ਫੂਡ ਅਥਾਰਟੀ ਚ ਐਜ਼ ਅ ਡਰਾਈਵਰ। ਐਜ਼ ਅ ਡਰਾਈਵਰ ਤੁਸੀਂ ਕੰਮ ਕਰਦੇ ਜੀ ਸੀ ਬਿਲਕੁਲ ਸਰ। ਤੇ ਤੁਸੀਂ ਉੱਥੋਂ ਮੁਲਤਾਨ ਤੋਂ ਤੇ ਕਸੂਰ ਤੁਹਾਡੀ ਸ਼ਾਦੀ ਕਿਵੇਂ ਹੋ ਗਈ? ਸਰ ਰਿਸ਼ਤੇ ਜਿਹੜੇ ਨੇ ਉਹ ਤੇ ਸਰ ਰੱਬ ਦੇ ਹੀ ਤੈਅ ਕੀਤੇ ਹੁੰਦੇ ਨੇ, ਬੰਦਿਆਂ ਦੇ ਤੇ ਇੱਕ ਬਹਾਨੇ ਹੁੰਦੇ ਨੇ। ਮੇਰਾ ਵੱਡਾ ਭਾਈ ਸਰ, ਉਹਦਾ ਨਾਮ ਗੁਲਾਮ ਮੁਸਤਫਾ ਸਰ, ਉਹਨਾਂ ਦੀ ਸਰ ਸ਼ਾਦੀ ਹੋਈ ਲਾਹੌਰ। ਜਿਹੜੀ ਮੇਰੀ ਸਰ ਭਾਬੀ ਹੈ ਨਾ, ਉਹਨਾਂ ਦੀ ਇਹ ਚਾਚੇ ਦੀ ਬੇਟੀ ਸੀਗੀ। ਅੱਛਾ। ਤੇ ਇਹਨੂੰ ਡਿਵੋਰਸ ਹੋਇਆ ਸੀਗਾ। ਲੜਕੀ ਵੀ ਮਾਸ਼ਾਅੱਲਾ ਅੱਛੀ ਸੀ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਘਰ ਵੀ ਅੱਛਾ ਸੀਗਾ। ਸਰ ਜੋ ਸਾਡੇ ਮਾਂ ਪਿਓ ਨੇ ਜਦੋਂ ਓਕੇ ਕੀਤਾ, ਉਹਨਾਂ ਸਾਨੂੰ ਵੇਖਿਆ, ਓਕੇ ਕੀਤਾ। ਤੇ ਜਦੋਂ ਇੱਕ ਭਾਬੀ ਸਾਡੀ ਅੱਛੀ ਸੀ ਤੇ ਸਾਨੂੰ ਤੇ ਹੋਰ ਤਾਂ ਕੁਝ ਨਹੀਂ ਚਾਹੀਦਾ ਸੀਗਾ। ਮੇਰੀ ਫੈਮਿਲੀ ਨੇ ਪੂਰੀ ਨੇ ਮੈਨੂੰ ਬਿਠਾਇਆ, ਸਾਰਿਆਂ ਨੇ ਮੈਨੂੰ ਪੁੱਛਿਆ। ਮੇਰੇ ਭਾਬੀ ਨੇ ਬਾਰ-ਬਾਰ ਮੈਨੂੰ ਪੁੱਛਿਆ ਕਿ ਆਸਫ ਤੂੰ ਦੱਸ। ਮੈਂ ਕਿਹਾ ਭੈਣ, ਜਦੋਂ ਤੂੰ ਖੁਸ਼ ਹੈ ਨਾ ਤੇ ਅਸਾਂ ਵੀ ਖੁਸ਼ ਹਾਂ। ਸਰ ਰਿਸ਼ਤੇ ਹੁੰਦੇ ਸਰ ਇਹ ਵਜ੍ਹਾ ਸੀ। ਤੇ ਤੁਹਾਡੇ ਬੱਚੇ ਕਿੰਨੇ ਸੀ? ਸਰ ਮੇਰਾ ਇੱਕ ਬੇਟਾ ਅਲਹਮਦੁਲਿਲਾ। ਇੱਕ ਬੇਟਾ। ਕਿੰਨੀ ਉਮਰ ਹੈ ਉਹਦੀ? ਸਰ ਉਹਦੀ ਡੇਟ ਆਫ ਬਰਥ ਹੈ ਵਾ ਸਰ 10 ਦਸੰਬਰ 2021। ਜਿੱਦਣ ਮੇਰੀ ਸ਼ਾਦੀ ਹੁੰਦੀ ਹੈ ਠੀਕ 10 ਮਹੀਨਿਆਂ ਬਾਅਦ ਅੱਲਾਹ ਤਾਲਾ ਜ਼ਾਤ ਮੈਨੂੰ ਬੇਟਾ ਤਾ ਕਰ। ਬੇਟਾ ਕੀ ਨਾਮ ਬੇਟੇ ਦਾ? ਮੁਹੰਮਦ ਇਬਰਾਹਿਮ ਆਸਿਫ। ਮੁਹੰਮਦ ਇਬਰਾਹਿਮ ਆਸਿਫ। ਜੀ ਬਿਲਕੁਲ ਸਰ। ਅੱਛਾ, ਤੇ ਕੀ ਮਸਲਾ ਬਣਿਆ ਬਾਅਦ ਤੇ ਫਿਰ? ਸਰ ਮਸਲਾ ਤੇ ਅਸੀਂ ਤਾਂ ਨਹੀਂ ਜ਼ਿਆਦਾ ਸ਼ੁਰੂ ਟਰੇਸ ਕਰ ਸਕੇ ਜੀ। ਅਸੀਂ ਤਾਂ ਸਰ ਜਿਵੇਂ ਪਿੰਡਾਂ ਵਾਲੇ ਬੰਦੇ ਹੁੰਦੇ, ਜੱਟ ਬੰਦੇ ਹੁੰਦੇ ਨੇ, ਕੋਈ ਸ਼ਹਿਰਾਂ ਦੇ ਲੋਕ ਨੇ ਜਿਵੇਂ ਕੋਈ ਸ਼ੱਕ ਕਰਦਾ ਵਾ, ਨਿੱਕੀ ਨਿੱਕੀ ਗੱਲ 'ਚ ਵੜਦੇ ਨੇ। ਬਾਕੀ ਪਿੰਡਾਂ ਦੇ ਲੋਕ ਸਰ ਨਿੱਕੀ ਨਿੱਕੀ ਗੱਲਾਂ 'ਚ ਨਹੀਂ ਵੜਦੇ। ਇਹ ਥੋੜਾ ਫਰਕ ਹੁੰਦਾ ਵਾ। ਅਸਾਂ ਜਿਵੇਂ ਯਾਰਾਂ ਬਿੱਲੋਂ ਟਾਈਮ ਵੀ ਦਿੱਤਾ, ਘਰ ਵੀ ਟਾਈਮ ਦਿੱਤਾ, ਆਪਣਾ ਵਾਈਫ ਨੂੰ ਵੀ ਦਿੱਤਾ। ਇੱਕ ਥੋੜਾ ਸਹੀ ਸਿਸਟਮ ਦੇ ਨਾਲ ਬੰਦਾ ਜਿਵੇਂ ਰਹਿੰਦਾ ਤੇ ਅਸੀਂ ਜ਼ਿੰਦਗੀ ਸਰ ਬੜੀ ਅੱਛੀ ਗੁਜ਼ਾਰ ਰਹੇ ਸੀ ਮੇਰੇ ਦਿਨ ਮੁਤਾਬਕ। ਉਸ ਦਿਨ ਮੁਤਾਬਕ ਜਦੋਂ ਮੇਰੀ ਵਾਈਫ ਨੂੰ ਮੈਂ ਕਦੀ ਗਾਲ ਨਹੀਂ ਕੱਢੀ, ਬੰਦਾ ਨਹੀਂ ਕੱਢਿਆ, ਕਦੀ ਉਹਨੂੰ ਤਕਲੀਫ ਨਹੀਂ ਮੇਰੇ ਤੋਂ, ਮੈਨੂੰ ਉਹ ਤੋਂ ਤਕਲੀਫ ਨਹੀਂ। ਤੇ ਸਰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਲਿਆ ਹੁਣ, ਅੱਛੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਤੇ ਸਰ ਸੋਹਣੀ ਜ਼ਿੰਦਗੀ ਗੁਜ਼ਾਰਦਾ ਅਲਹਮਦੁਲਿਲਾ, ਕੋਈ ਇਸ਼ੂ ਨਹੀਂ ਸੀ। ਤੇ ਕਦੋਂ ਫੌਤ ਕਦੋਂ ਹੋਈ ਉਹ? ਸਰ ਫੌਤ ਹੋਈ ਹੈ ਉਹ ਸਰ 28 ਤਰੀਕ ਦੂਸਰੇ ਮਹੀਨੇ ਦੀ 2024 ਦੇ ਵਿੱਚ। ਇਹ ਸ਼ਾਦੀ ਤੋਂ ਤਕਰੀਬਨ ਕਿੰਨੇ ਸਾਲਾਂ ਬਾਅਦ ਫੌਤ ਹੋਈ ਫਿਰ? ਤਕਰੀਬਨ ਸਰ ਖੁਦ ਹੀ ਐਡ ਕਰ ਲਓ ਸਰ, ਤਕਰੀਬਨ ਕਿੰਨਾ ਅਰਸਾ ਬਣੇਗਾ। ਚਲੋ, ਜਦੋਂ ਫੌਤ ਹੋਈ ਕਿੱਥੇ ਸੀ? ਕਸੂਰ ਸੀ ਕਿ ਉੱਥੇ ਮੁਲਤਾਨ ਸੀ? ਸਰ ਮੈਂ ਮੁਲਤਾਨ ਸੀ, ਵਾਈਫ ਮੇਰੇ ਕਸੂਰ ਸੀ। ਕਸੂਰ ਕਿਉਂ ਸੀ ਉਹ? ਸਰ ਕਸੂਰ ਮਿਲਣ ਵਾਸਤੇ ਅਸੀਂ ਆਏ ਸੀਗੇ। ਜਿਸ ਤਰ੍ਹਾਂ ਬੰਦਾ ਈਦ ਤੋਂ ਬਾਅਦ ਜਾਂਦਾ, ਦੂਸਰੇ ਤੀਸਰੇ ਦਿਨ ਬੰਦਾ ਆਪਣੇ ਸਸੁਰਾਲ ਜਾਂਦਾ ਹੀ ਹੈ ਨਾ, ਸਾਰੇ ਇੱਕ ਰਿਵਾਜ। ਕੁਰਬਾਨੀ ਵਾਲੀ ਸੀ। ਉਸ 2 ਦਿਨ ਬਾਅਦ ਮੈਂ ਤੇ ਮੇਰੀ ਵਾਈਫ ਆਏ ਇੱਥੇ ਅਸਾਂ ਮਿਲਣ ਦੀ ਗਰਜ ਵਾਸਤੇ। ਜਦੋਂ ਅਸਾਂ ਇੱਥੇ ਆਏ ਤੇ ਸਾਡੇ ਘਰ ਦੇ ਵਿੱਚ ਇਸ਼ੂ ਸੀਗਾ, ਕੋਈ ਚੋਰੀ ਹੋਈ ਸੀ। ਇਸ ਤਰ੍ਹਾਂ ਲੰਘਦੇ ਸਰ ਤਕਰੀਬਨ ਕੋਈ 6-7 ਮਹੀਨੇ ਲੰਘ ਗਿਆ। ਮੈਂ ਇੱਥੇ ਆਉਣਾ, ਮੈਂ ਮਿਲ ਗਿਲ ਕੇ ਚੱਲ ਜਾਣਾ। ਫਿਰ ਸੱਸ ਮੇਰੀ ਕਹਿੰਦੀ ਸੀ ਵੀ ਤੂੰ ਨਾ ਆਪਣੇ ਮਾਂ ਪਿਓ ਨੂੰ ਛੱਡ, ਦਫਾ ਕਰ ਪਰਾਂ, ਤਾਂ ਤੂੰ ਇੱਥੇ ਆ ਜਾ। ਅੱਛਾ, ਤੂੰ ਤੁਹਾਡੇ ਫਿਰ ਉਹਨੇ ਬੇਟੀ ਆਪਦੀ ਨੂੰ ਤੁਹਾਡੇ ਨਾਲ ਜਾਣ ਨਹੀਂ ਦਿੱਤਾ ਮੁਲਤਾਨ? ਨਹੀਂ, ਮੇਰੇ ਨਾਲ ਨਹੀਂ ਜਾਣ। ਇੱਥੇ ਰਹਿੰਦੇ ਰਹੇ ਤੁਸੀਂ? ਮੈਂ ਇੱਥੇ ਆਉਣਾ ਸਰ ਵੀਕਐਂਡ ਤੇ, 2 ਦਿਨ ਵੀਕਐਂਡ ਗੁਜ਼ਾਰ ਕੇ ਮੈਂ ਚੱਲ ਜਾਣਾ। ਤੇ ਫਿਰ ਨਾ ਉਹ ਫੋਰਸ ਕਰਦੇ ਸੀ ਵੀ ਤੂੰ ਦਫਾ ਮਾਰ ਆਪਣੇ, ਜਦੋਂ ਮਾਂ ਪਿਓ ਨੂੰ। ਹੁਣ ਮੈਂ ਇੱਥੇ ਆਵਾਂ ਕਸੂਰ ਮੇਰੇ ਮਾਂ ਪਿਓ ਨੂੰ ਗਾਲਾਂ ਕੱਢੇ ਮੁਲਤਾਨ 'ਚ ਬੈਠੇ ਨੂੰ, ਜਦੋਂ ਮੇਰੇ ਮਾਂ ਪਿਓ ਇਸ਼ੂ ਹੀ ਨਹੀਂ ਹੈ। ਸਰ ਮੈਨੂੰ ਤਕਲੀਫ ਨਾ ਹੋਏਗੀ? ਮੈਂ ਜੋ ਕਹਾਂ ਵੀ ਅੰਮੀ ਤੂੰ ਮੇਰੇ ਮਾਂ ਪਿਓ ਨਾਲ ਕਿਉਂ ਗੱਲ ਕਰਦੇ ਜੀ ਇਸ ਤਰ੍ਹਾਂ ਦੀ, ਮੈਨੂੰ ਤਕਲੀਫ ਹੁੰਦੀ ਸੀ। ਅਸਲ ਮੇਨ ਚੀਜ਼ ਇਹ ਸੀ ਕਿ ਇਹਨੇ ਸਾਡੇ ਘਰ 'ਚ ਚੋਰੀ ਕਰਵਾਈ, ਸਾਡੀ ਕੰਮ ਵਾਲੀ ਨੂੰ ਨਾਰ ਲਾ ਕੇ, ਜਿਹੜੀ ਉੱਥੇ ਟਰੇਸ ਹੋ ਗਈ। ਸਾਡੇ ਘਰ ਸਰ ਐਫ ਕਲੈਸ਼ ਸੀ। ਹੋਰ ਮੇਰੇ ਵਾਈਫ ਨਾਲ, ਇਹਦੇ ਬਾਵਜੂਦ ਮੇਰੇ ਵਾਈਫ ਨਾਲ ਮੇਰਾ ਕੋਈ ਕਲੈਸ਼ ਨਹੀਂ ਸੀ। ਉਹ ਫੌਤ ਕਦੋਂ ਹੋਈ ਫਿਰ? ਸਰ ਫੌਤ ਹੋਈ ਹੈ ਸਰ 28 ਤਰੀਕ ਦੂਸਰੇ ਮਹੀਨੇ 2024 ਦੇ ਵਿੱਚ। ਤੁਸੀਂ ਉਦੋਂ ਮੁਲਤਾਨ ਸੀ ਤੇ ਉਹ ਕਸੂਰ ਸੀ? ਜੀ ਸਰ ਮੈਂ ਮੁਲਤਾਨ ਸੀਗਾ ਤੇ ਉਹ ਕਸੂਰ ਸੀ। ਮੈਨੂੰ ਮੇਰੇ ਭਾਈ ਨੇ ਕਾਲ ਕੀਤੀ ਕਿ ਐਵੇਂ ਮੈਨੂੰ ਆਦਲ ਦੀ ਕਾਲ ਆਈ ਆ, ਪਤਾ ਲੱਗਾ ਕਿ ਸਾਹਮਣੇ ਨੂੰ ਅਟੈਕ ਹੋ ਗਿਆ। ਅਟੈਕ ਹੋਇਆ? ਜੀ ਬਿਲਕੁਲ। ਫਿਰ ਤੁਸੀਂ ਕਸੂਰ ਆਏ? ਜੀ ਬਿਲਕੁਲ ਸਰ। ਫਿਰ ਜਨਾਜ਼ਾ ਪੜਿਆ ਤੁਸੀਂ? ਜੀ ਬਿਲਕੁਲ ਸਰ, ਮੈਂ ਜਨਾਜ਼ਾ ਪੜਿਆ। ਸਰ ਮੈਂ ਕਦੇ ਜ਼ਿੰਦਗੀ 'ਚ ਇਸ ਤਰ੍ਹਾਂ ਦੁੱਖ ਤਕਲੀਫ ਨਹੀਂ ਵੇਖੀ। ਸਾਡੇ ਘਰ ਦਾ ਪਹਿਲਾ ਸਦਮਾ ਸੀ। ਕਿਸੇ ਚੀਜ਼ ਦਾ ਇਲਮ ਨਹੀਂ, ਪਤਾ ਨਹੀਂ ਲੱਗਣ ਦਿਆ ਸੀ। ਇੱਥੇ ਹੁਣ ਸਭ ਗਲਤ ਦਿਆ ਸੀ,
ਪਰ ਉਹ ਚੀਜ਼ਾਂ ਅਸਾਂ ਟਰੇਸ ਕੀਤੀਆਂ ਬਾਅਦ ਦੇ ਵਿੱਚ। ਜਿਵੇਂ ਅਸਾਂ ਆਏ, ਜਿਵੇਂ ਚਾਂਦ ਐਸਾ ਮੌਸਮ ਦਾ ਮਿਲਣਾ ਸੀ ਵੀ ਇੱਕ ਭੈਣ ਜਵਾਨ ਫੋਤ ਹੋਈ ਹੋਵੇ, ਭਰਾ ਵੀ ਆਕੜ ਕੇ ਮਿਲਣ ਦਿਆ, ਉਹਦੇ ਕੋਈ ਅਥਰੂ ਨਹੀਂ ਸੀ ਉਸ ਟਾਈਮ ਨਾ ਨੋਟ ਕੀਤੇ। ਮੇਰਾ ਸਹੁਰਾ ਸੀਗਾ ਜਾਂ ਜਿਵੇਂ ਇਹਨਾਂ ਦੇ ਘਰ ਦਾ ਮਾਹੌਲ ਸੀਗਾ ਉਸ ਤਰ੍ਹਾਂ ਇਹਨਾਂ ਦੀ ਬੜੀ ਬਰਾਦਰੀ ਆ। ਉਸ ਰਾਤ ਇਹਨਾਂ ਨੇ ਕੋਈ ਕੋੜੇ ਵੱਟੀ ਦੀ ਰੋਟੀ ਨਾ ਪਕਾਈ, ਅਗਲੇ ਦਿਨ ਇਹਨਾਂ ਨੇ ਖਤਮ ਦਵਾ ਦਿੱਤਾ। ਮੇਨ ਗੱਲ ਇਹ ਕਰਨਾ ਚਾਹ ਰਿਹਾ ਕਿ ਸਰ ਸਾਨੂੰ ਪਤਾ ਲੱਗਾ ਸੀ, ਕਾਲ ਤੋਂ ਪਤਾ ਲੱਗਾ ਸੀ ਨਾ, ਫਿਰ ਜਿਹੜੇ ਨਾਲ ਸਾਡੇ ਰਿਸ਼ਤੇਦਾਰ ਗਏ ਉਹਨੇ ਆਖਣ 2 ਵਜੇ ਜਨਾਜ਼ਾ ਕਰ। ਜਦੋਂ ਅਸੀਂ ਇੱਥੇ ਆਏ ਤੇ ਇੱਥੇ ਪਹੁੰਚੇ ਅਸੀਂ ਕਚਹਿਰੀ ਚੌਕ ਤੇ ਤਕਰੀਬਨ ਕੋਈ 8 ਵੱਜ ਕੇ ਪੌਣੇ 9 ਵਜੇ ਗਰਾਊਂਡ ਪੌਂਡ ਪਹੁੰਚੇ ਵੀ ਅਸਾਂ ਇੱਥੋਂ ਐਲਗੜ੍ਹ ਗਏ ਹਾਂ ਤੇ ਉਹਨਾਂ ਤਕਰੀਬਨ ਘੰਟੇ ਬਾਅਦ ਜਨਾਜ਼ਾ ਪੜਾਤਾ। ਮੈਂ ਤੇ ਭਾਈ ਮੁਸਤਫਾ ਮੇਰਾ ਵੱਡਾ ਭਾਈ ਸੀ ਨਾ ਜਿਹੜਾ ਮੌਜੂਦ, ਤੇ ਮੇਰੀ ਮੈਂ ਕਿਹਾ ਉਹਨਾਂ 2 ਵਜੇ ਦਾ ਆਖਿਆ, ਬਾ ਉਹਨੇ ਕੁਛ ਨਹੀਂ ਹੁੰਦਾ, ਚਲੋ ਕੋਈ ਹੋਊ ਮਸਲਾ। ਤੁਸੀਂ ਜਨਾਜ਼ਾ ਨਹੀਂ ਪੜਿਆ? ਫਿਰ ਮੈਂ ਸਰ ਜਨਾਜ਼ਾ ਪੜਿਆ ਤੇ ਫਿਰ ਐਸਤਾ ਸਰ ਜੀ ਅਸਾਂ ਟਰੇਸ ਕਰਦੇ ਰਹੇ ਇਹਨੂੰ। ਫਿਰ ਮੈਨੂੰ ਸਰ ਸ਼ੁਰਾਤ ਵਲਦ ਅਬਦੁਰਜ਼ਾਕ ਤੇ ਅਬਦੁਰਜ਼ਾਕ ਵਲਦ ਨਾਮ ਲਓ, ਇਹਨਾਂ ਦੇ ਰਿਲੇਟਿਵ ਕਰੀਬੀ, ਬਹੁਤ ਕਰੀਬੀ ਰਿਲੇਟਿਵ। ਉਹਨਾਂ ਨੂੰ ਸਰ ਮੈਨੂੰ ਮਾਲੂਮ ਹੋਇਆ ਕਿ ਤੇਰੀ ਵਾਈਫ ਨੂੰ ਇਹਨਾਂ ਨੇ ਜ਼ਹਿਰ ਦੇ ਕੇ ਮਾਰਿਆ। ਉਹਨਾਂ ਨੂੰ ਦੱਸਿਆ? ਜੀ ਬਿਲਕੁਲ, ਉਹਨਾਂ ਨੇ ਦੱਸਿਆ। ਫਿਰ ਸਰ ਮੈਂ ਆਪਣੀ ਛਾਣਬੀਣ ਕੀਤੀ, ਥੋੜੀ ਕੜੀਆਂ ਮਲਾਈਆਂ, ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਸਰ। ਮੈਂ ਰੈਸਕਿਊ ਵਾਲਿਆਂ ਕੋਲ ਗਿਆ, ਇਹਨੇ ਟਾਈਮਿੰਗ ਮੈਚ ਕੀਤੀ ਇਹਨਾਂ ਦੀ, ਉਹ ਟਾਈਮਿੰਗ ਮੈਚ ਕੀਤੀ ਵੀ ਜਿਸ ਟਾਈਮ ਮੈਂ ਕਾਲ ਕੀਤੀ ਹੈ ਇਹਨਾਂ ਮੈਨੂੰ, ਜਿਵੇਂ ਸੱਸ ਮੇਰੀ ਉੱਥੇ ਕਹਿ ਰਹੀ ਸੀ ਮੇਰੀ ਧੀ ਨੂੰ ਏਡਾ ਵੱਡਾ ਅਟੈਕ ਹੋਇਆ, ਉਹ ਇਹਦਾ ਤਾਂ ਦਿਲ ਫਟ ਗਿਆ। ਜਦੋਂ ਸਰ ਅਸਾਂ ਟਰੇਸ ਕੀਤਾ ਤੇ ਉਹਨੂੰ ਤੇ ਅਟੈਕ ਹੋਇਆ ਨਹੀਂ, ਇਹਨਾਂ ਤੇ ਕਿਸੇ ਚੀਜ਼ ਨਾਲ ਉਹਨੂੰ ਚੈੱਕ ਹੀ ਨਹੀਂ ਕੀਤਾ, ਕੋਈ ਐਸਾ ਇਹਨਾਂ ਨੇ ਟੈਸਟ ਨਹੀਂ ਕਰਾਇਆ ਜਾਂ ਕਿਸੇ ਡਿਪਾਰਟਮੈਂਟ ਨੇ ਵੀ ਲੈ ਕੇ ਤਾਂ ਪੂਰੀ ਅਟੈਕ ਦੀ ਵਜ੍ਹਾ ਨਾਲ ਮਰਨ ਲਈ। DHQ ਤੋਂ ਪਤਾ ਕੀਤਾ, ਇਹਨਾਂ ਨੇ ਉੱਥੇ ਲਿਖਵਾਇਆ ਹੋਵੇ ਸਰ ਵੀ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ। ਮੇਰੀ ਸੱਸ ਨੇ ਮੈਨੂੰ ਕਿਹਾ ਸੀ ਕਿ ਸਾਡੀ ਕੁੜੀ ਨੂੰ ਨਾ ਰਸਤੇ ਜਾਂਦੇ ਅਟੈਕ ਹੋਇਆ ਤੇ ਕੁਛ ਚੀਜ਼ਾਂ ਮੈਚ ਨਹੀਂ ਹੋ ਰਹੀਆਂ ਸਨ, ਕੁਛ ਇਹਨਾਂ ਦੀ ਗੱਲਾਂ ਮੈਚ ਨਹੀਂ ਹੋ ਰਹੀਆਂ ਸਨ ਸਰ। ਇਸ ਤਰ੍ਹਾਂ ਫਿਰ ਮੈਨੂੰ ਸਾਬਤ ਹੋ ਗਿਆ। ਫਿਰ ਮੈਂ ਸਰ ਆਪਣੇ ਕੋਈ ਯਾਰਾਂ ਦੋਸਤਾਂ ਨਾਲ ਮਸ਼ਵਰਾ ਕੀਤਾ, ਘਰ ਵਾਲਿਆਂ ਨਾਲ ਮਸ਼ਵਰਾ ਕੀਤਾ, ਸਾਨੂੰ ਕਨਫਰਮ ਹੋ ਗਿਆ। ਸਾਨੂੰ ਕਿ ਦਰਖਾਸਤ ਦਾਇਰ ਕਰ ਦਿੱਤੀ। ਜੋ ਦਰਖਾਸਤ ਦਾਇਰ ਕਰ ਦਿੱਤੀ ਇਹਨਾਂ ਨੇ ਮੇਰੇ ਤੇ ਮੇਰੇ ਵੱਡੇ ਭਾਈ ਤੇ ਐਂਟੀ ਕਰਪਸ਼ਨ 2 ਦਰਖਾਸਤ ਦੇ ਦਿੱਤੀ ਝੂਠੀਆਂ। ਜਦੋਂ ਤੁਸੀਂ ਦਰਖਾਸਤ ਦਿੱਤੀ ਜੀ, ਤੁਸੀਂ ਦਰਖਾਸਤ ਕਿੱਥੇ ਦਿੱਤੀ ਸੀ? ਮੈਂ ਸਰ ਆ ਕੇ DP ਸਾਹਿਬ ਪੇਸ਼ ਹੋਇਆ। ਅੱਛਾ। ਉਹਨਾਂ ਕੋਲ ਆਣ ਕੇ ਆਪਣੀ ਦਰਖਾਸਤ ਗੁਜ਼ਾਰੀ, ਇੱਥੋਂ ਸਾਲ ਕਰਾਈ ਆਪਣਾ SHO ਸਾਹਿਬ ਕੋਲ, B ਡਿਵੀਜ਼ਨ ਸਾਹਿਬ ਕੋਲ। ਫਿਰ ਬਾਅਦ ਦੂਸਰੇ ਦਿਨ ਪਤਾ ਲੱਗਾ ਵੀ ਇਹਨਾਂ ਸਾਡੇ ਐਂਟੀ ਕਰਪਸ਼ਨ ਦਰਖਾਸਤ ਦੇ ਦਿੱਤੀ। ਅਸਾਂ ਉੱਥੇ ਜਾ ਕੇ ਸਰ ਪੇਸ਼ ਹੋਏ। ਫਿਰ ਸਾਨੂੰ ਪਤਾ ਲੱਗਾ ਕਿ ਸਾਡਾ ਬੇਟਾ ਤਾਂ ਲਈਏ, ਸਾਡੇ ਤੇ ਤੁਹਾਡਾ ਜਿਹੜਾ ਬੇਟਾ ਇਹਨਾਂ ਕੋਲ ਸੀ? ਬਿਲਕੁਲ ਇਹਨਾਂ ਦੇ ਕੋਲ ਸੀ ਬੇਟਾ। ਫਿਰ ਬੇਟਾ ਲੈਣ ਵਾਸਤੇ ਸਰ ਮੈਂ 491 ਦੀ ਰਿਟ ਦਾਇਰ ਕੀਤੀ। 491 ਦੀ ਰਿਟ ਦਾਇਰ ਕੀਤੀ ਤੇ ਇੱਕ ਸਾਈਡ ਤੇ ਮੈਂ ਆਪਣੇ ਡਾਕੂਮੈਂਟਸ ਲੈ ਖਲੋਤਾ, ਇੱਕ ਸਾਈਡ ਤੇ ਸਹੁਰਾ ਤੇ ਮੇਰਾ ਤੇ ਸੱਸ ਮੇਰੀ ਖਲੋਤੀ ਆ, ਉਹ ਡਾਕੂਮੈਂਟਸ ਲੈ ਕੇ, ਮੈਨੂੰ ਉਦੋਂ ਪਤਾ ਨਹੀਂ ਸੀ ਡਾਕੂਮੈਂਟਸ ਲੈ ਖਲੋਤੇ। ਮੈਂ ਤੇ ਆਪਣਾ ਇਹ ਸੀ ਮੈਂ ਤਾਂ ਬੱਚਾ ਲੈ ਲੈਣਾ। ਮੇਰਾ ਡਾਕੂਮੈਂਟਸ ਕੀ ਸੀ? ਡਾਕੂਮੈਂਟਸ ਮੇਰੇ ਕੋਲ ਡਾਕੂਮੈਂਟਸ ਸਰ ਬਰਥ ਸਰਟੀਫਿਕੇਟ ਸੀ। ਨਹੀਂ, ਉਹਨਾਂ ਕੋਲ ਕੀ ਸੀ? ਬਰਥ ਸਰਟੀਫਿਕੇਟ ਸੀ। ਕਾਹਦਾ ਬਰਥ ਸਰਟੀਫਿਕੇਟ? ਮੇਰੇ ਬੇਟੇ ਦਾ ਬਰਥ ਸਰਟੀਫਿਕੇਟ ਸੀ, ਜਿਹੜਾ ਮੇਰੀ ਸੱਸ ਨੇ ਆਪਣੀ ਵਲਦੀਏ 'ਚ ਬਣਵਾਇਆ ਸੀ। ਉਹਦੇ ਵਿੱਚ ਸਟੇਟਮੈਂਟ ਦਿੱਤੀ ਸੀ ਕਿ ਸਾਡੀ ਕੁੜੀ ਦੀਆਂ 2 ਸ਼ਾਦੀਆਂ ਸਨ, ਉਹਦੇ 'ਚ ਕੋਈ ਔਲਾਦ ਨਹੀਂ ਸੀ। ਸੱਸ ਮੈਨੇ ਕਿਹਾ ਮੇਰੇ ਘਰ ਬੱਚਾ ਹੋਇਆ ਤੇ ਮੈਂ ਆਪਣੀ ਧੀ ਤੇ ਤਰਸ ਖਾ ਕੇ ਉਹਨੂੰ ਦੇ ਦਿੱਤਾ। ਅੱਛਾ, ਤੁਹਾਡੇ ਬੇਟਾ ਜਿਹੜਾ ਹੈ ਇਬਰਾਹੀਮ, ਉਹਨੂੰ ਤੁਹਾਡੀ ਸੱਸ ਨੇ ਜਾਂ ਸਹੁਰੇ ਨੇ ਕਿਹਾ ਕਿ ਇਹ ਸਾਡਾ ਬੱਚਾ ਹੈ, ਸਾਡਾ ਬੇਟਾ ਹੈ? ਜੀ ਬਿਲਕੁਲ, ਸਾਡਾ ਬੇਟਾ। ਇਹ ਯਾਨੀ ਕਿ ਸਾਡੀ ਬੇਟੀ ਦਾ ਬੇਟਾ ਨਹੀਂ, ਇਹ ਸਾਡਾ ਬੇਟਾ ਹੈ। ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਉੱਥੇ? ਸਟੇਟਮੈਂਟ ਦਿੱਤੀ ਉਹਨੂੰ। ਸਟੇਟਮੈਂਟ ਜਿਹੜੀ ਤੇ ਉਹਨਾਂ ਨੇ ਬਰਥ ਸਰਟੀਫਿਕੇਟ ਬਣਾਇਆ ਸੀ ਆਪਦੇ ਨਾਮ ਦਾ? ਜੀ ਬਿਲਕੁਲ ਸਰ। ਫਿਰ ਜਦੋਂ ਕੜੀਆਂ ਮਲਾਈਆਂ ਨਾ ਨਾਲ, ਬਰਥ ਸਰਟੀਫਿਕੇਟ ਮੇਰੀ ਵਾਈਫ ਦੀ ਡੈਥ ਤੋਂ 3 ਮਹੀਨੇ ਤਕਰੀਬਨ 7 ਦਿਨ ਪਹਿਲੇ ਬਣਾਇਆ ਜਾਂਦਾ। ਨਹੀਂ, ਪਹਿਲੇ ਜਿਹੜੀ ਗੱਲ ਹੁਣ ਆਪਾਂ ਕਰੀਏ, ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਜਿਹੜਾ ਤੁਹਾਡੀ ਸੱਸ ਹੈ ਔਰ ਜਿਹੜਾ ਤੁਹਾਡਾ ਸਹੁਰਾ ਹੈ, ਉਹਨਾਂ ਨੇ ਤੁਹਾਡਾ ਬੇਟਾ ਜਿਹੜਾ ਹੈ ਇਬਰਾਹੀਮ ਜੀ, ਉਹਦਾ ਬਰਥ ਸਰਟੀਫਿਕੇਟ ਆਪਦੇ ਨਾਮ ਤੇ ਬਣਾ ਲਿਆ? ਆਪਣੀ ਵਲਦੀਅਤ ਦੇ ਨਾਮ ਤੇ ਬਣਾਇਆ। ਆਪਣੀ ਵਲਦੀਅਤ ਤੇ? ਮੇਰੇ ਬੇਟੇ ਮੁਹੰਮਦ ਇਬਰਾਹੀਮ ਦੀ ਜਿਹੜੀ ਵਾਲਦਾ ਉਹਨਾਂ ਨੇ ਸ਼ੋਅ ਕੀਤੀ, ਉਹ ਸਮੀਨਾ ਸ਼ਹਜ਼ਾਦੀ ਸ਼ੋਅ ਕੀਤੀ। ਜੀ ਤੁਹਾਡੀ ਸੱਸ ਹੈ? ਜੀ, ਜਿਹੜੀ ਮੇਰੀ ਸੱਸ ਹੈ, ਜਿਹੜਾ ਉਹਨਾਂ ਵਾਲ ਸ਼ੋਅ ਕੀਤਾ ਸਰ, ਉਹ ਮੇਰਾ ਸੁਸਰ ਜਿਹੜਾ ਉਹਨੂੰ ਵਾਲ ਸ਼ੋਅ ਕੀਤਾ। ਅੱਛਾ, ਉਹਨਾਂ ਨੇ ਬਰਥ ਸਰਟੀਫਿਕੇਟ ਬਣਵਾ ਲਿਆ? ਜੀ ਬਿਲਕੁਲ ਸਰ, ਬਣਵਾ ਲਿਆ। ਅੱਛਾ, ਉਹ ਅਦਾਲਤ 'ਚ ਪੇਸ਼ ਕੀਤਾ ਜਾ ਕੇ? ਪੇਸ਼ ਕੀਤਾ। ਜਦੋਂ ਸਰ ਅਸਾਂ ਇਸ ਸਟੇਟਮੈਂਟ ਦੀਆਂ ਮੁਸਤਕਾ ਕਾਪੀਆਂ ਕਢਵਾਈਆਂ ਉੱਥੋਂ, ਸਾਡੇ ਕੋਲ ਸਾਰੇ ਡਾਕੂਮੈਂਟਸ ਆ ਗਏ। ਜੋ ਸਾਰੇ ਡਾਕੂਮੈਂਟਸ ਆ ਗਏ ਸਰ, ਉਹ ਕਨਫਰਮ ਹੋ ਗਿਆ ਕਿ ਇਹਨਾਂ ਨੇ ਮੇਰੀ ਬੇਗਮ ਦੇ ਨਾਲ ਕੋਈ ਜ਼ਿਆਦਤੀ ਕੀਤੀ ਹੈ। ਤੇ ਇਹਦੀ ਕਹਿਣ ਦਾ ਮਕਸਦ ਇਹ ਕਿ ਸਰ ਅਗਰ ਇਹਨਾਂ ਨੇ ਕੋਈ ਐਸੀ ਜ਼ਿਆਦਤੀ ਨਾ ਕੀਤੀ ਹੁੰਦੀ ਨਾ, ਸਾਡੇ ਘਰ 'ਚ ਤਾਂ ਕੋਈ ਰੌਲਾ ਕੋਈ ਨਹੀਂ ਸੀ। ਉਹਦਾ ਤਾਂ ਹੀਰੇ ਵਰਗਾ ਬੱਚਾ ਸੀਗਾ। ਨਹੀਂ, ਇੱਕ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਤੁਹਾਡਾ ਬੇਟਾ ਜਦੋਂ ਪੈਦਾ ਹੋਇਆ ਉੱਥੇ ਮੁਲਤਾਨ ਨਹੀਂ ਸਰ ਪੈਦਾ ਹੋਇਆ, ਬਲਕੀਸ ਹਸਪੀਟਲ ਪੈਦਾ ਹੋਇਆ ਇੱਥੇ, ਲੇਕਿਨ ਤੁਸੀਂ ਉਹਦਾ ਬਰਥ ਸਰਟੀਫਿਕੇਟ ਬਣਾਇਆ ਸੀ ਆਪਦੇ ਨਾਮ ਤੇ? ਜੀ ਬਿਲਕੁਲ ਬਣਾਇਆ ਸੀ। ਕਿੱਥੇ ਬਣਾਇਆ ਸੀ ਸਰ? ਮੁਲਤਾਨ। ਇਹ ਮੈਂ ਕਹਿਣਾ ਪੈਣਾ ਤੁਹਾਨੂੰ ਯਾਨੀ ਕਿ ਤੁਸੀਂ ਮੁਲਤਾਨ ਦਾ ਬਰਥ ਸਰਟੀਫਿਕੇਟ ਬਣਾਇਆ ਹੈ ਆਪਣੇ ਨਾਮ ਤੇ? ਜੀ ਬਿਲਕੁਲ। ਇਬਰਾਹੀਮ ਵਲਦ ਮੁਹੰਮਦ ਇਬਰਾਹੀਮ ਆਸਫ ਵਲਦ ਆਸਫ ਮੁਰਤਜ਼ਾ ਇਹ ਤੁਸੀਂ ਬਣਾਇਆ ਸੀ? ਜੀ ਬਿਲਕੁਲ। ਇਹਨਾਂ ਨੇ ਉਹਦੇ ਬਰਖਲਾਫ ਇੱਥੇ ਬਣਾ ਲਿਆ, ਤੁਹਾਡੀ ਸੱਸ ਤੇ ਸਹੁਰੇ ਨੇ ਆਪਦੇ ਨਾਮ ਤੇ ਸਾਡਾ ਪੁੱਤਰ ਹੈ? ਹਾਂ ਜੀ ਬਿਲਕੁਲ। ਅੱਛਾ, ਫਿਰ ਮੈਂ ਗਿਆ ਉਹ ਨਾ ਲੈਣ ਵਾਸਤੇ ਡੈਥ ਸਰਟੀਫਿਕੇਟ ਇੱਥੇ। ਉਹ ਪਹਿਲੇ ਉਹਨਾਂ ਨੇ ਆਲਰੇਡੀ ਲਿਆ ਸੀ, ਸਾਨੂੰ ਡੁਪਲੀਕੇਟ ਮਿਲਣਾ ਸੀ। ਜਦੋਂ ਡੁਪਲੀਕੇਟ ਮਿਲਿਆ, ਫਿਰ ਇਹਨਾਂ ਸਾਡੀ ਐਪਲੀਕੇਸ਼ਨਾਂ ਦਿੱਤੀਆਂ, ID ਕਾਰਡ ਦਿੱਤੇ, ਰਿਸ਼ਤੇਦਾਰੀ ਸੀ ਨਾ, ਇਹਨਾਂ ਨੂੰ ਮੇਰੇ ਨਾਮ ਦਾ ਹਰ ਚੀਜ਼ ਦਾ ਪਤਾ ਸੀਗਾ। ਦਰਖਾਸਤਾਂ ਤੇ ਨਾਮ ਠੀਕ ਲਿਖਣ ਦਾ, ਜਿਹੜਾ ਇਹਨਾਂ ਨੇ ਉੱਥੇ ਲਿਖਿਆ ਨਾ ਡੈਥ ਸਰਟੀਫਿਕੇਟ ਦਾ ਨਾਮ, ਉੱਥੇ ਮੇਰਾ ਮੁਹੰਮਦ ਆਸਫ ਲਿਖ ਦਿੱਤਾ। ਅੱਛਾ ਹੈ, ਅੱਗੇ ਸੀਆਂ ਨੇ ਨੰਬਰ ਨਾ ਦਿੱਤਾ। ਅੱਛਾ, ਤੁਹਾਡੇ ਮਤਲਬ ਹਸਬੈਂਡ ਦਾ ਨਾਮ ਉਹਨਾਂ ਨੇ ਕੱਲਾ ਮੁਹੰਮਦ ਆਸਫ ਲਿਖ ਦਿੱਤਾ, ਅੱਗੋਂ ਉਹਨਾਂ ਨੇ ਸੀਆਂ ਨੇ ਨਾਂ ਲਿਖਿਆ। ਕੁਝ ਐਸੀਆਂ ਨਿੱਕੀਆਂ ਕੜੀਆਂ ਮਿਲਦੀਆਂ ਗਈਆਂ ਜਿਹਦੀ ਵਜ੍ਹਾ ਤੋਂ ਪਤਾ ਲੱਗ ਗਿਆ ਫਾਰ ਦਾ ਗੱਲ ਕਿ ਨਈਅਰ ਇਕਬਾਲ ਸਾਹਿਬ ਡਾਇਰੈਕਟਰ ਆਪਰੇਸ਼ਨ ਰੈਸਕਿਊ ਸਾਹਿਬ
ਇੱਥੇ ਰਹੇ ਨੇ ਕਸੂਰ ਦੇ ਵਿੱਚ। ਮੈਂ ਉਹਨਾਂ ਦੇ ਕੋਲ ਐਪਲੀਕੇਸ਼ਨ ਦੇ ਕੇ ਪੇਸ਼ ਹੋਇਆ। ਇੱਕ ਐਸੇ ਬਿਆਨ ਤੇ ਕਿ ਮੇਰੀ ਸੱਸ ਬਿਆਨ ਦੇਂਦੀ ਸੀ ਜਿਹੜੀ ਮੈਂ ਆਪਣੇ ਕੰਨਾਂ ਨਾਲ ਸੁਣਿਆ ਵੀ ਜਦੋਂ ਸਾਹਮਣੇ ਨੂੰ ਐਂਬੂਲੈਂਸ ਤੋਂ ਲਾਉਂਦਾ ਸੀ ਨਾ ਰੈਸਕਿਊ ਤੋਂ, ਤੇ ਲਾਉਣ ਲੱਗਿਆ ਨਾ ਉਹਦੀ ਬਾਂਹ ਵੱਜ ਗਈ। ਅੱਛਾ ਹੈ ਤੇ ਹੁਣ ਸਰ ਹਰ ਇਨਸਾਨ ਦੇ ਮਹਿਕਮੇ ਡਿਪਾਰਟਮੈਂਟ ਦੇ ਵਿੱਚ ਰੈਸਕਿਊ ਤੇ ਜਿੰਨਾ ਸਿਸਟਮ ਸਾਡੇ ਪਾਕਿਸਤਾਨ ਦੇ ਵਿੱਚ ਹੈ ਸਰ, ਮੈਂ ਆਪ ਸਰ 2 ਕੰਟਰੀਆਂ ਬਾਹਰ ਵੀ ਰਿਹਾ ਇੰਨਾ ਸਿਸਟਮ ਹੋ ਸਕਦਾ ਉਹਨਾਂ ਦਾ ਨਹੀਂ ਹੋਏਗਾ ਪ੍ਰੋਫੈਸ਼ਨਲ। ਮੈਂ ਨਜ਼ੀਰ ਇਕਬਾਲ ਸਾਹਿਬ ਪੇਸ਼ ਹੋਇਆ, ਮੈਂ ਕਿਹਾ ਸਰ ਇਹਨਾਂ ਲਾਉਣ ਲੱਗਿਆ ਮੇਰੀ ਬੇਗਮ ਬਾਂਹ ਤੋੜ ਦਿੱਤੀ। ਰਿਕਾਰਡ ਮੌਜੂਦ ਹੈ, ਰਿਕਾਰਡ ਤੇ ਕਿਤੇ नहीं जा सकता ना सर। वो सर उन्होंने बड़ी अच्छी वो लगी जी मैंने तपश ये कहते हो गए सर। मैं नाल लै गया बेसमेंट दे विच, उन्होंने जाके कंप्यूटर चों कढ़िया, जो कंप्यूटर च कढ़िया तो हजे भी तस्वीरां मौजूद ने। बेगम मेरी पई है इस तरह, सस मेरी जिस तरह मैं लत्त रखी एवं लत्त लात्या, फोन ना लगी, अखां च कोई अथरू नहीं। ਇਹ ਤੁਹਾਨੂੰ ਹੋਰ ਸ਼ੱਕ ਪੈ ਗਿਆ? होर शक पै गया ਇਹ ਬਲਕਿ ਯਕੀਨ ਤੁਹਾਨੂੰ ਹੁੰਦਾ ਗਿਆ ਨਾ? हाँ बिल्कुल यकीन होंदा गया। फिर साडा जो पक्का यकीन हो गया, सारे साडे दुश्मन बन गए, ये मेरी जान के दुश्मन बन गए। उन्ना के जान के दुश्मन बन गया कि सर मैनू पता वा कि मैं इत्थे लोके हुंदा रहा, लोके पेश हुंदा रहा। मेरे बड़े भाई दे गल पै, मेरे गल पै, सानू पिस्तौल विखाए इन्हां ने, मैनू ना फेक कॉल करके कब्र सदाया सानू निशान दिख रहा है। इन्हें मेरे नाल उदों ज्यादती की जो कब्र खुशाई हुई। जज साहब वकार साहब गवाह ने अच्छी थे, वो तो जज ने ना, जज तो गलत कोई सर नहीं हो सकता। उन्हें खुद देखा कि मेरा गिरवन फड़ के चपेटा मारना ਉੱਥੇ ਹੀ कब्रिस्तान दे विच। ਕਬਰਸਤਾਨ ਦੇ ਵਿੱਚ? हाँ जी ਸਾਰਿਆਂ ਸਾਹਮਣੇ? पुलिसां भी खलोतियां सन। ਉਹਨਾਂ ਕੋਈ ਕਾਰਵਾਈ ਨਹੀਂ ਕੀਤੀ? सर की किया जा सकता? ਨਹੀਂ ਪੁਲਿਸ ਨੇ ਯਾਰ, ਪੁਲਿਸ ਉੱਥੇ ਮੌਜੂਦ ਹੈ, ਕਿਵੇਂ ਹੋ ਸਕਦਾ? सर मैंने उन्होंने कहा भी तू इधर हो जा, इधर हो जा, इधर हो जा, इधर। मैं उधर परा चला गया। ਅੱਛਾ ਤੇ ਬੱਚਾ ਤੁਹਾਨੂੰ ਕਿਉਂ ਨਹੀਂ ਮਿਲਿਆ ਫਿਰ? सर बच्चा मैंने कहा इन्होंने भी तू ना तुसां DNA वास्ते जाओ, फैमिली कोर्ट जाओ। ਅੱਛਾ सर मैं फिर गया एंटी करप्शन ਐਂਟੀ ਕਰਪਸ਼ਨ? जी बिल्कुल। ਉਹਦੀ वजह ऐसी कि सर मैं अगर ਇਹਨਾਂ ਬੜੀ ਵੱਡੀ ਸਟੇਟਮੈਂਟ ਦਿੱਤੀ ਜਿਹੜੀ ਸਰ ਮੇਰੇ ਕੋਲ ਆ ਮੌਜੂਦ ਹੈ, ਇਸ ਚੀਜ਼ ਨੂੰ ਕੋਈ ਸਮਝਦੇ ਹੋਣਗੇ ਕਿ ਨਾਰਮਲ ਸਟੇਟਮੈਂਟ ਹੈ। ਮੈਂ ਉਸ ਨਾਲ ਵਾਲਦਾ ਨੂੰ ਫੋਨ ਕਰਕੇ ਕਿਹਾ, ਮੈਂ ਕਿਹਾ ਅੰਮੀ ਅੱਜ ਆਪਾਂ ਕੇਸ ਜਿੱਤ ਗਏ, ਅੱਜ ਕਨਫਰਮ ਹੋ ਗਿਆ ਕਿ ਸਾਹਮਣੇ ਨੇ ਬੜਾ ਵੱਡਾ ਦੁੱਖ ਕੀਤਾ ਤੇ ਅੱਜ ਮੈਂ ਕਿਹਾ ਤੂੰ ਇਹ ਨਾ ਸਮਝੀ ਮਾਂ ਮੇਰੀ, ਤੂੰ ਸਮਝੇ ਕਿ ਪਤਾ ਨਹੀਂ ਪੁੱਤ ਸਾਡਾ ਇਹਨਾਂ ਨੇ ਲੈ ਲਿਆ, ਪੁੱਤ ਇਹਨਾਂ ਨੇ ਲੈ ਲਿਆ, ਇਹਨਾਂ ਨੇ ਆਪਣਾ ਗਿਰਵਨ ਸਾਡੇ ਹੱਥ 'ਤੇ ਫੜਾ ਦਿੱਤਾ। ਸਭ ਤੋਂ ਮਜ਼ਬੂਤ ਕੜੀ ਜਿਹੜੀ ਸੀ ਨਾ ਉਹ ਇਹਨਾਂ ਦੀ ਸਟੇਟਮੈਂਟ ਸੀ। ਬੰਦਾ ਬਾਹਰ ਅੰਦਰ ਜਾਂਦਾ, ਦੀਨ ਆ, ਮਜ਼ਹਬ ਆ, ਰਿਸ਼ਤੇ ਨੇ, ਕਦੀ ਦੁਨੀਆ 'ਚ ਅੱਜ ਤੱਕ ਕਿਸੇ ਨੇ ਸੁਣਿਆ ਕਿ ਮਾਂ ਕਹਿਣ ਦੇ ਮੈਂ ਆਪਣੇ ਘਰ ਪੁੱਤ ਜੰਮ ਕੇ ਤੇ ਆਪਣੀ ਧੀ ਨੂੰ ਗਿਫਟ ਕਰਨ ਦੇ ਵੀ ਨਹੀਂ ਉਹਦੇ ਘਰ ਔਲਾਦ ਕੋਈ ਨਹੀਂ ਹੈ। ਫਾਰ ਐਗਜ਼ਾਮਪਲ ਕਿੰਨੇ ਸਾਲ ਹੋਏ ਸ਼ਾਦੀ ਹੋਏ ਨੂੰ? 2-3 ਸਾਲ ਹੋ ਗਏ ਸਨ। ਤੇ ਉਹਦੇ ਵਿੱਚੋਂ ਸਟੇਟਮੈਂਟ ਕੀਤੀ ਕਿ ਮੇਰੇ ਘਰ ਬੱਚਾ ਪੈਦਾ ਹੋਇਆ, ਮੈਂ ਆਪਣੀ ਧੀ ਦੇ ਤਾਂ ਧੀ ਦੁੱਧ ਪਿਆਉਂਦੀ ਸੀ। ਕਹਿਣ ਦਾ ਮਤਲਬ ਵੀ ਜਿਹੜਾ ਮੇਰਾ ਬੇਟਾ ਸੀ ਉਹ ਮੇਰਾ ਸਾਲਾ ਸੀ, ਜਿਹਨੂੰ ਮੇਰੀ ਧੀ ਦੁੱਧ ਪਿਆ ਰਹੀ ਸੀ ਉਹ ਉਹਦਾ ਭਰਾ ਸੀ। ਤੇ ਡੀਐਨਏ ਕੀ ਬਣਾਇਆ ਫਿਰ? ਸਰ ਡੀਐਨਏ ਪਾਸੇ ਸਰ ਮੈਂ ਨਹੀਂ ਜਾਂਦਾ ਸੀ, ਮੈਂ ਡਰ ਗਿਆ ਸੀਗਾ। ਡਰ ਇਹਨਾਂ ਦੇ ਖੌਫ ਤੋਂ ਹੀ, ਇਹਨਾਂ ਤਲਕ ਤੋਂ, ਪੈਸੇ ਤੋਂ, ਸਾਡੇ ਮੁਲਕ ਦੇ ਸਿਸਟਮ ਤੋਂ, ਨਿਜ਼ਾਮ ਤੋਂ, ਸਾਰਿਆਂ ਤੋਂ। ਖੁਦਾ ਨਾ ਖਾਸਾ ਅੱਲਾ ਨਾ ਕਰੇ ਕੋਈ ਡੀਐਨਏ ਦੇ ਵਿੱਚ ਕੋਈ ਲੈ ਦੇ ਵਾਧਾ ਘਾਟਾ ਕਰ ਲੈਣ ਤੇ ਮੈਂ ਤਾਂ ਮੂੰਹ ਨਹੀਂ ਵਿਖਾ ਸਕਦਾ ਸੀਗਾ ਪਿੱਛੇ ਜਾ ਕੇ। ਨਹੀਂ ਤਾਂ ਬੱਚਾ ਕਿਵੇਂ ਤੁਸੀਂ ਲਵੋਗੇ ਫਿਰ? ਸਰ ਬੱਚਾ ਸਰ ਇਹ ਖੁਦ ਹੁਣ ਤੇ ਬਿਲਕੁਲ ਖੁਦ ਮੰਨ ਗਏ ਨਾ ਸਾਹਮਣੇ। ਹੁਣ ਅਸਾਂ ਸਰ ਰਿਟ ਕਰਕੇ ਜੋ ਕਾਨੂੰਨੀ ਤਰੀਕਾ ਕਾਰ ਹੈ ਚੱਲਦਾ ਲਓ। ਇਹ ਕੀ ਮੰਨ ਗਏ ਨੇ ਉਹ? ਸਾਰੇ ਇਹ ਮੰਨੇ ਨੇ ਸਰ, ਔਨ ਦੀ ਰਿਕਾਰਡ ਐਸਐਚਓ ਸਾਹਿਬ ਕੋਲ ਹੀ ਮੰਨੇ ਨੇ, ਐਸਪੀ ਸਾਹਿਬ ਕੋਲ ਹੀ ਮੰਨੇ ਨੇ ਕਿ ਵੀ ਬੇਟਾ ਆਸਿਫ ਦਾ ਹੀ ਕਿਹਾ ਉਹਨਾਂ ਨੇ? ਜੀ ਬਿਲਕੁਲ। ਤੇ ਹੁਣ ਕਿਹੜਾ ਬੰਦਾ ਗ੍ਰਿਫਤਾਰ ਹੋਇਆ ਹੈ? ਸਰ ਗ੍ਰਿਫਤਾਰ ਹੋਇਆ ਵਾ ਮੇਰੀ ਸੱਸ ਹੋਈ ਹੈ, ਮੇਰਾ ਸਹੁਰਾ ਹੋਇਆ ਹੈ ਤੇ 2 ਮੇਰੇ ਸਾਲੇ ਹੋਏ ਨੇ ਜਿਹੜੇ ਲੋਕ ਇਨਵੋਲਵ ਸਨ। ਅੱਛਾ। ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਪੂਰੀ। ਅੱਛਾ। बीपीओ ਸਾਹਿਬ ਤੋਂ ਲੈ ਕੇ ਐਸਪੀ ਇਨਵੈਸਟੀਗੇਸ਼ਨ ਸਾਹਿਬ, ਫਿਰ ਲੀਗਲ ਵਾਲੇ ਡੀਐਸਪੀ ਸਾਹਿਬ ਕਦੀਰ ਭੱਟੀ ਸਾਹਿਬ, ਫਿਰ ਉਸ ਤੋਂ ਬਾਅਦ ਐਸਐਚਓ ਅਸਲਮ ਭੱਟੀ ਸਾਹਿਬ, ਜਿਨ੍ਹਾਂ ਦਾ ਸਰ ਮੈਂ ਬੜਾ ਮਸ਼ਕੂਰ ਹਾਂ, ਬਹੁਤ ਜ਼ਿਆਦਾ ਮਸ਼ਕੂਰ ਹਾਂ ਕਿ ਜਿਨ੍ਹਾਂ ਨੇ ਸਰ ਇਨਸਾਨੀਅਤ ਦੀ ਕੇਅਰ ਕੀਤੀ। ਮਾਂ ਪਿਓ ਨੇ ਤਾਂ ਖਿਆਲ ਨਹੀਂ ਕੀਤਾ, ਫਿਰ ਵੀ ਮੈਂ ਕਹਿੰਦਾ ਮਹਿਕਮੇਦਾਰਾਂ ਨੂੰ ਖਿਆਲ ਆਇਆ, ਅਹਿਸਾਸ ਆਇਆ। ਪੁਲਿਸ ਦੇ ਸਾਹਮਣੇ ਉਹਨਾਂ ਨੇ ਇਹ ਐਕਸੈਪਟ ਕੀਤਾ ਹੈ ਕਿ ਜਿਹੜਾ ਇਬਰਾਹਿਮ ਹੈ ਇਹ ਆਸਿਫ ਦਾ ਬੇਟਾ ਹੈ? ਬਿਲਕੁਲ ਐਕਸੈਪਟ ਕੀਤਾ। ਉਹਨਾਂ ਲਿਖਿਆ ਵਿੱਚ ਜ਼ਮੀਨਾਂ 'ਚ ਲਿਖਿਆ ਕਿ ਨਹੀਂ ਲਿਖਿਆ? ਜੀ ਬਿਲਕੁਲ ਸਰ ਲਿਖਿਆ, ਲਿਖ ਦਿੱਤਾ ਵਿੱਚ। ਜੀ ਬਿਲਕੁਲ। ਜਿਹੜੀ ਐਫਆਈਆਰ ਸਾਡੀ ਕੱਟੀ ਗਈ ਨਾ ਉਹਦੇ ਜ਼ਿਕਰ ਕੀਤਾ ਗਿਆ ਕਿ ਇਹਦੇ ਚ ਇੱਕ ਬੇਟਾ ਵੀ। ਅੱਛਾ ਜੀ ਬਿਲਕੁਲ। ਹੁਣ ਤਾਂ ਬੇਟਾ ਤੇ ਲੈਣਾ ਆਸਾਨ ਹੋ ਜਾਏਗਾ ਨਾ? ਬਿਲਕੁਲ ਸਰ, ਇਨਸ਼ਾਅੱਲਾ ਤਾਲਾ ਸਰ ਸਾਨੂੰ ਪਹਿਲੇ ਦਿਨ ਤੋਂ ਹੀ ਆਸਾਨ ਸੀ। ਹੁਣ ਡੀਐਨਏ ਦਾ ਨਹੀਂ ਕੋਈ ਮਸਲਾ ਬਣੇਗਾ? ਸਰ ਅਗਰ ਡੀਐਨਏ ਕਰਵਾਉਣਾ ਹੀ ਪਵੇਗਾ ਤੇ ਫਾਰ ਐਗਜ਼ਾਮਪਲ ਗੱਲ ਕਰਨਾ ਵੀ ਅਗਰ ਕਾਨੂੰਨ ਇਸ ਚੀਜ਼ ਨੂੰ ਨਹੀਂ ਮੰਨਦਾ ਕਿ ਕੋਈ ਡਾਕੂਮੈਂਟਸ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਤੇ ਡੀਐਨਏ ਕਰਵਾਉਣ ਸੇ ਮੈਂ ਬਿਲਕੁਲ ਤਿਆਰ ਹਾਂ। ਜਦੋਂ ਇੱਕ ਮੁਲਜ਼ਮ ਹੀ ਆਪਣਾ ਇਕਬਾਲ ਜੁਰਮ ਕਰਨ ਦਿਆ ਉਹਦੇ ਤੇ ਸਰ ਫਿਰ ਡੀਐਨਏ ਪਾਸ ਜਾਣਾ ਕਿ ਪਿੱਛੇ ਸਰ ਸਾਡਾ ਤਾਂ ਪਹਿਲੇ ਵਕਤ ਬੜਾ ਜ਼ਾਇਆ ਹੋਇਆ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਪਰਚਾ ਦਰਜ ਕਰਾ ਦਿੱਤਾ, ਤੁਹਾਡੀ ਬੀਵੀ ਦਾ ਮਰਡਰ ਹੋਇਆ, ਉਹ ਤੁਸੀਂ ਇਨਸਾਫ ਇਸ ਹੱਦ ਤੱਕ ਤਾਂ ਲੈ ਲਿਆ ਹੈ, ਤੁਸੀਂ ਮੁਲਤਾਨੋਂ ਆ ਕੇ ਐਫਰਟਸ ਕੀਤੀ, ਕੋਸ਼ਿਸ਼ ਕੀਤੀ, ਬੜੀ ਮਦਦ ਤੁਹਾਡੀ, ਐਫਆਈਆਰ ਦਰਜ ਕਰਾਈ, ਜਿਹੜੇ ਤੁਹਾਡੇ 4 ਮੁਲਜ਼ਮ ਨੇ, ਤੁਹਾਡੀ ਸੱਸ, ਸਹੁਰਾ, ਤੁਹਾਡੇ 2 ਸਾਲੇ ਜਿਹੜੇ ਤੁਸੀਂ ਨਾਮਜ਼ਦ ਕੀਤੇ ਉਹ ਗ੍ਰਿਫਤਾਰ ਹੋ ਗਏ। ਜੀ ਬਿਲਕੁਲ। ਹੁਣ ਜੇਲ੍ਹ ਚਲੇ ਜਾਣਗੇ। ਉਹਨਾਂ ਨੇ ਉੱਥੇ ਐਕਸੈਪਟ ਵੀ ਕਰ ਲਿਆ ਕਿ ਬੇਟਾ ਇਬਰਾਹਿਮ ਤੁਹਾਡਾ ਹੈ, ਬਕੌਲ ਤੁਹਾਡੇ ਕਿ ਉਹਨਾਂ ਨੇ ਉਹਨੂੰ ਇਸ ਜ਼ਿਮਨੀਆਂ 'ਚ ਉਹਦਾ ਜ਼ਿਕਰ ਵੀ ਕਰ ਦਿੱਤਾ ਕਿ ਤੁਹਾਡਾ ਬੇਟਾ ਹੈ। ਹੁਣ ਤੁਹਾਡਾ ਅੱਗੇ ਕੀ ਮੁਤਾਲਬਾ ਹੈ, ਅੱਗੇ ਤੁਹਾਡੀ ਕੀ ਕਾਰਵਾਈ ਹੈ? ਸਰ ਮੈਂ ਕਹਿੰਦਾ ਕਿ ਜਿਹੜੀ ਸਾਡੇ ਪਿੱਛੇ ਮਰ ਗਈ ਹੈ ਸਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਹੈ? ਸਰ ਅਸਾਂ ਇਨਸਾਫ ਵਾਸਤੇ ਹੀ ਸਟਰਗਲ ਕੀਤੀ ਹੈ। ਕੀ ਇਨਸਾਫ? ਸਰ ਜੋ ਸਜ਼ਾ ਬਣਦੀ ਕਾਨੂੰਨੀ ਤਰੀਕੇ ਨਾਲ ਸਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ।
ਅੱਛਾ, ਇੱਕ ਹੋਰ ਸਵਾਲ ਯਾਦ ਆ ਗਿਆ ਮੈਨੂੰ ਇੱਥੇ। ਆਮ ਤੌਰ 'ਤੇ ਇਸ ਤਰ੍ਹਾਂ ਹੁੰਦਾ ਹੈ, ਜਿਵੇਂ ਕੋਈ ਬੀਵੀ ਫੌਤ ਹੋ ਜਾਂਦੀ ਹੈ, ਉਹਦਾ ਬਾਅਦ ਤੇ ਪਤਾ ਲੱਗਦਾ ਹੈ ਕਿ ਜਿਹੜਾ ਖਾਵੰਦ ਬੜੇ ਐਫਰਟਸ ਕਰ ਰਿਹਾ ਹੁੰਦਾ ਹੈ ਤੇ ਉਹ ਬੀਵੀ ਦੇ ਨਾਮ ਕੋਈ ਜਾਇਦਾਦਾਂ ਹੁੰਦੀਆਂ ਨੇ, ਕੋਈ ਜ਼ਮੀਨਾਂ ਹੁੰਦੀਆਂ ਨੇ, ਕੋਈ ਪਲਾਜ਼ੇ ਹੁੰਦੇ ਨੇ। ਤੁਹਾਡੀ ਬੀਵੀ ਦੇ ਨਾਮ ਵੀ ਕੋਈ ਜਾਇਦਾਦ ਹੈ? ਸਰ ਮੈਂ ਇਸ ਚੀਜ਼ ਦਾ ਚੈਲੰਜ ਕਰਨਾ ਔਨ ਦੀ ਰਿਕਾਰਡ, ਮੇਰੀ ਵਾइफ ਦਾ नाम मुर्गी तो मुर्गी रहेगी, मेरी वाइफ का नाम कसूर ਦੇ ਵਿੱਚ ਇੱਕ अंडा भी नहीं। जी नाज़रीन, आपने आसिफ मुर्तज़ा साहब की बात सुनी है, जो अपनी बीवी के कत्ल के मुकदमा के मुद्दई हैं। वो आपने सारी बात सुन ही ली है कि उन्होंने किस एफर्ट्स के, किस कोशिश के साथ उन्होंने मुकदमा दर्ज करवाया कि उनकी बीवी को जहर दिया गया था। मैं दोबारा कहता हूँ कि उनकी बड़ी हिम्मत है कि मुल्तान से आके, कसूर आके इतने चक्कर लगाने, कहाँ कहाँ जाना पड़ता है, इंसाफ ऐसे कहाँ मिलता है। लेकिन इस बंदे ने, एक ड्राइवर है वो पंजाब फूड अथॉरिटी में, उसने इस हद तक इंसाफ ले लिया है कि अपनी बीवी के कत्ल का मुकदमा दर्ज करवाया, और जो उसमें नामजद मुलजिम थे 4, इनकी सास, ससुर और 2 साले, उन चारों को वो बंदे गिरफ्तार हो चुके हैं। और अब इनका मुतालबा असल जो ये है कि इनका जो बेटा है इब्राहिम, वो उनके पास है, जिसको वो कहते हैं, इसके सास और ससुर के, वो हमारा बेटा है। एक तो इनका मुतालबा है कि इनका बेटा इनको वापस किया जाए। दूसरा उनका ये कहना है कि उनका आखिरी जो उनका मुतालबा है या वो अपील है या उनकी आखिरी कोशिश है, वो ये है कि इनकी बीवी के जो कातिल हैं उनको कानून के मुताबिक सज़ा मिलनी चाहिए। इसके साथ ही मोहम्मद अफजल नासिर भट्टी को इजाज़त दीजिए। मेरी जंग डिजिटल से अल्लाह हाफिज़।